ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਤੁਹਾਨੂੰ ਸੰਤ ਬਾਬਾ ਆਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੀਆਂ ਸਾਖੀਆਂ ਬਾਰੇ ਜਾਣੂ ਕਰਵਾ ਰਹੇ ਹਾਂ, ਜੋ ਕਿ ਉਹਨਾਂ ਦੀ ਬੁੱਕ ਆਨੰਦ ਸਰੋਵਰ ਜੀਵਨ ਸੰਤ ਬਾਬਾ ਆਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਭਾਗ ਪਹਿਲਾ ਵਿੱਚ ਦਰਜ ਹਨ। ਅੱਜ ਅਸੀਂ ਉਹਨਾਂ ਦੀ ਅਗਲੀ ਸਾਖੀ ਪੱਛਮੀ ਪੰਜਾਬ ਨੂੰ ਬਾਰੇ ਤੁਹਾਨੂੰ ਜਾਣੂ ਕਰਾਵਾਂਗੇ। ਪੱਛਮੀ ਪੰਜਾਬ ਨੂੰ ਲਾਹੌਰੋਂ ਟੁਰਨ ਸਮੇਂ ਆਪਣੇ ਸੇਵਕ ਸਰਦਾਰ ਤਾਰਾ ਸਿੰਘ ਨੂੰ ਕਿਸ ਤਰ੍ਹਾਂ ਪ੍ਰੇਰ ਕੇ ਲਾਇਲਪੁਰ ਵਾਲੀ ਸੜਕ 'ਤੇ ਪਾਉਣ ਦੇ ਬਹਾਨੇ ਰਾਵਿਓਂ ਪਾਰ ਪੁੱਜ ਦੰਪਤੀ ਨੂੰ ਸਿੱਖਿਆ ਦੇ ਉਹਨਾਂ ਦੇ ਘਰੋਗੀ ਝਗੜੇ ਨੂੰ ਸਦਾ ਲਈ ਨਿਪਟਾਉਣ ਲਈ ਸੁਮਤ ਦਿੱਤੀ। ਇਸ ਦਾ ਹਾਲ ਹੱਡਬੀਤੀਆਂ ਵਿੱਚ ਹੈ। ਪਹਿਲਾਂ ਨਨਕਾਣੇ ਸਾਹਿਬ ਪੁੱਜ ਗੁਰਦੁਆਰੇ ਸ੍ਰੀ ਜਨਮ ਸਥਾਨ ਦੀ ਯਾਤਰਾ 'ਤੇ ਹਾਜ਼ਰ ਹੋਈ। ਪ੍ਰਬੰਧਕਾਂ ਵੱਲੋਂ ਕੁੱਜਿਆਂ ਦਾ ਥਾਲ ਤੇ ਖੱਟੇ ਰੰਗ ਦਾ ਦੁਪੱਟਾ ਜਦ ਬਤੌਰ ਸਰੋਪਾ ਪੇਸ਼ ਕੀਤਾ ਗਿਆ ਤਾਂ ਬਾਬਾ ਜੀ ਨੇ ਨਿਮਰਤਾ ਸਹਿਤ 25 ਰੁਪਏ ਰਖਵਾ ਕੇ ਥਾਲ ਸਤਿਕਾਰ ਸਹਿਤ ਮੋੜ ਦਿੱਤਾ। ਕੇਵਲ ਇੱਕ ਕੁੱਜਾ ਚੁੱਕਦਿਆਂ ਕਿਹਾ ਕਿ ਅਸੀਂ ਇਸ ਮਾਨ ਦੇ ਅਧਿਕਾਰੀ ਨਹੀਂ, ਅਸੀਂ ਤਾਂ ਇੱਥੇ ਆਪਣੇ ਗੁਨਾਹ ਬਖਸ਼ਾਉਣ ਹਾਜ਼ਰ ਹੁੰਦੇ ਹਾਂ, ਨਾ ਕਿ ਸਰੋਪਾ ਲੈਣ। ਨਿਰ ਉੱਤਰ ਹੈ ਜਦ ਪ੍ਰਬੰਧਕਾਂ ਨੇ ਬੇਨਤੀ ਕੀਤੀ ਸਰਦਾਰ ਰਤਨ ਸਿੰਘ ਅਨੁਸਾਰ ਕਿ ਮਹਾਰਾਜ ਤੁਹਾਡੇ ਆਰਾਮ ਤੇ ਰਿਹਾਇਸ਼ ਵਾਸਤੇ ਇੱਕ ਨਿਵੇਕਲਾ ਚੁਬਾਰਾ ਹਾਜ਼ਰ ਹੈ, ਤਾਂ ਤੁਰੰਤ ਕਹਿਣ ਲੱਗੇ, ਚੁਬਾਰੇ ਤੋਂ ਅਸਾਂ ਕੀ ਲੈਣਾ ਹੈ? ਚੁਬਾਰਾ ਤਾਂ ਮੁਰਗਿਆਂ ਵਾਸਤੇ ਹੁੰਦਾ ਹੈ। ਜੋ ਹੈ ਤਾਂ ਕੋਈ ਬਾਹਰ ਥਾਂ ਦੱਸੋ ਜਿੱਥੇ ਜਲ ਆਦਿ ਦਾ ਪ੍ਰਬੰਧ ਵੀ ਹੋਵੇ। ਗੁਰਦੁਆਰਾ ਕਮੇਟੀ ਦੀ ਜ਼ਮੀਨ ਵਿੱਚ ਸ਼ਹਿਰੋਂ 1.5 ਕੁ ਮੀਲ ਬਾਹਰ ਇੱਕ ਟਿਊਬਵੈੱਲ ਲੱਗਾ ਹੋਇਆ ਸੀ। ਪ੍ਰਬੰਧਕਾਂ ਦੇ ਸੁਝਾਅ 'ਤੇ ਉਸ ਨਿਵੇਕਲੇ ਸਥਾਨ ਨੂੰ ਪਸੰਦ ਕੀਤਾ। ਪ੍ਰੇਮੀਆਂ ਦੀ ਦੁਨੀਆ ਉੱਤੇ ਟੁੱਟ ਕੇ ਜਾਣ ਲੱਗ ਪਈ। ਦਰਸ਼ਨ ਕਰਨ, ਕੀਰਤਨ ਅਤੇ ਬਾਬਾ ਜੀ ਦੇ ਬਚਨ ਸਰਵਣ ਕਰਨ ਲਈ। ਨਨਕਾਣੇ ਸਾਹਿਬ ਦੇ ਕੱਤਕ ਦੀ ਪੂਰਨਮਾਸ਼ੀ ਦੇ ਮਹਾਨ ਗੁਰਪੁਰਬ ਨੂੰ ਸਿੱਖ ਜਗਤ ਦਾ ਕੌਣ ਪ੍ਰਾਣੀ ਨਹੀਂ ਜਾਣਦਾ। ਗੁਰੂ ਸਾਹਿਬ ਦੇ ਨਾਮ ਲੇਵਾ ਲੱਖਾਂ ਦੀ ਗਿਣਤੀ ਵਿੱਚ ਇਸ ਪੁਰਬ 'ਤੇ ਪੂਜਿਆ ਕਰਦੇ। ਪੁਰਬ ਵਿੱਚ ਥੋੜ੍ਹੇ ਦਿਨ ਹੀ ਰਹਿੰਦੇ ਸਨ। ਪ੍ਰੋਗਰਾਮ ਅਨੁਸਾਰ ਇੱਕ ਵੱਡਾ ਜਲੂਸ ਨਿਕਲਣਾ ਸੀ, ਜਿਸ ਵਿੱਚ ਅਕਾਲੀ ਨੇਤਾ ਮਾਸਟਰ ਤਾਰਾ ਸਿੰਘ ਜੀ ਆਦਿ ਨੇ ਹਾਥੀ ਦੀ ਸਵਾਰੀ 'ਤੇ ਬਿਰਾਜਮਾਨ ਹੋਣਾ ਸੀ। ਸਥਾਨਕ ਮੁਖੀਆਂ ਨੇ ਬਾਬਾ ਜੀ ਦੀ ਸੇਵਾ ਵਿੱਚ ਹਾਜ਼ਰ ਹੋ ਕੇ ਬੇਨਤੀ ਕੀਤੀ ਕਿ ਆਪ ਇਸ ਜਲੂਸ ਵਿੱਚ ਸ਼ਾਮਿਲ ਹੋ ਕੇ ਇਸ ਅਵਸਰ ਦੀ ਸ਼ੋਭਾ ਵਧਾਉਣ, ਪਰ ਇਸ ਤਰ੍ਹਾਂ ਦੇ ਮਾਣ-ਤਾਣ ਵਾਲੇ ਇਕੱਠਾਂ ਵਿੱਚ ਭਾਗ ਲੈਣਾ ਬਾਬਾ ਜੀ ਦੇ ਮੁੱਢਲੇ ਨੇਮਾਂ ਦੇ ਵਿਰੁੱਧ ਸੀ। ਸੋ ਨਿਮਰਤਾ ਸਹਿਤ ਇੱਥੋਂ ਹੀ ਉੱਤਰ ਦਿੱਤਾ, ਮੈਂ ਤਾਂ ਗੁਨਾਹਗਾਰ ਹਾਂ, ਆਪਣੇ ਗੁਨਾਹ ਬਖਸ਼ਾਉਣ ਲਈ ਆਇਆ ਹਾਂ। ਅੱਗੋਂ ਉਹਨਾਂ ਬੇਨਤੀ ਕੀਤੀ ਕਿ ਜੋ ਆਪ ਨਹੀਂ ਤਾਂ ਆਪਣੇ ਰਾਗੀ ਜਥੇ ਨੂੰ ਹੀ ਭੇਜਣ ਦੀ ਕਿਰਪਾ ਕਰਨੀ ਤਾਂ ਚੰਗਾ ਵਿਚਾਰ ਕਰਾਂਗੇ। ਕਹਿ ਉਹਨਾਂ ਨੂੰ ਉਸ ਵੇਲੇ ਤਾਂ ਟੋਰ ਦਿੱਤਾ। ਉਹਨਾਂ ਦੇ ਪਿੱਛੋਂ ਮਾਸਟਰ ਤਾਰਾ ਸਿੰਘ ਹਾਥੀ 'ਤੇ ਬੈਠੇਗਾ ਤੇ ਰਾਗੀ ਪਿੱਛੇ ਕੀਰਤਨ ਕਰਨਗੇ। ਇਹ ਗੱਲ ਤਾਂ ਨਹੀਂ ਬਣਦੀ। ਨਨਕਾਣੇ ਸਾਹਿਬ ਪੁੱਜਣ ਤੋਂ ਅਗਲੇ ਦਿਨ ਹੀ ਸਰਦਾਰ ਜਸਵੰਤ ਸਿੰਘ ਨੂੰ ਬਾਗੀ ਤਾਰ ਦਿਵਾ ਦਿੱਤੀ ਸੀ। ਇਹਨਾਂ ਦੇ ਹਾਜ਼ਰ ਹੋਣ 'ਤੇ ਘਰ ਦਾ ਸਾਰਾ ਸਮਾਚਾਰ ਪੁੱਛਿਆ, ਕਿਉਂਕਿ ਬੜੇ ਸੁਖੀ ਲੱਦੇ ਬਾਲਕ ਦੇ ਜਨਮ 'ਤੇ ਹੀ ਸਰਦਾਰ ਜੀ ਨੂੰ ਘਰ ਭੇਜ ਦਿੱਤਾ ਗਿਆ ਸੀ। ਸੋ ਇਹ ਦੱਸਦਿਆਂ ਕਿ ਆਪ ਦੀ ਕਿਰਪਾ ਨਾਲ ਸਭ ਠੀਕ ਠਾਕ ਹੈ, ਇਹਨਾਂ ਬੇਨਤੀ ਕੀਤੀ ਕਿ ਹੁਣ ਚੱਲੋ ਬਾਗੀ। ਬਾਬਾ ਜੀ, ਉੱਥੇ ਗਿਆ ਖਰਚਾ ਬੜਾ ਹੋਵੇਗਾ, ਤੈਨੂੰ ਕੁਝ ਕਰਨ ਪਵੇਗਾ। ਨਨਕਾਣੇ ਸਾਹਿਬ ਆਇਆਂ ਨੂੰ 3-4 ਦਿਨ ਹੋ ਚੁੱਕੇ ਸਨ। ਅੱਛਾ, ਫਿਰ ਜਾਓ, ਚਿੱਠੀਆਂ ਪਾ ਲਵੋ, ਜਿਵੇਂ ਨਿਰੰਕਾਰ ਦਾ ਹੁਕਮ ਹੋਵੇ। ਹੁਕਮ ਅਨੁਸਾਰ ਅਸੀਂ 5 ਸੰਗੀਆਂ ਨੇ ਬਾਲ ਲੀਲਾ ਦੇ ਗੁਰਦੁਆਰੇ ਜਾ ਕੇ ਪਰਚੀਆਂ ਪਾਈਆਂ। ਪਰਚੀ ਬਾਗਾਂ ਦੀ ਨਿਕਲੀ।
ਸੋ ਉਧਰ ਚਾਲੇ ਪਾ ਦਿੱਤੇ। ਇਹ 25-26 ਅਕਤੂਬਰ ਦੀ ਗੱਲ ਹੈ। ਉਸ ਦਿਨ ਪ੍ਰਸ਼ਾਦੇ ਦਾ ਪ੍ਰਬੰਧ ਜੈਲਦਾਰ ਸੁੰਦਰ ਸਿੰਘ ਨੇ ਕੀਤਾ ਹੋਇਆ ਸੀ। ਸਮਾਂ ਬਚਾਉਣ ਲਈ ਉਸ ਨੂੰ ਨਾਲ ਹੀ ਬਿਠਾ ਲਿਆ ਤੇ ਬੁਚੋਕੀ ਵਾਲੇ ਅੱਡੇ ਤੇ ਜਾ ਕੇ ਪ੍ਰਸ਼ਾਦ ਛਕਣ ਦੇ ਪਿੱਛੋਂ ਉਸ ਨੂੰ ਖੁਸ਼ੀਆਂ ਸਹਿਤ ਵਾਪਸ ਕਰ ਦਿੱਤਾ। ਬਾਗੀ ਪੁੱਜਣ ਤੇ ਦਰਸ਼ਨਾਂ ਨੂੰ ਸਿਰਕਦੀਆਂ ਸੰਗਤਾਂ ਨੇ ਬੜੀ ਸ਼ਰਧਾ ਨਾਲ ਬਾਬਾ ਜੀ ਦਾ ਸਵਾਗਤ ਕੀਤਾ। ਡੇਰਾ ਸੰਤਾਂ ਵਾਲੇ ਖੂਹ ਤੇ ਹੀ ਲਾਇਆ ਗਿਆ। ਸਮਾਂ ਲੰਘਦੇ ਨੂੰ ਦੇਰ ਨਾ ਲੱਗੀ। 10 ਨਵੰਬਰ ਵਾਲੀ ਕੱਤਕ ਪੂਰਨਮਾਸ਼ੀ ਦਾ ਪੁਰਬ ਬਾਗੀ ਹੀ ਮਨਾਉਣ ਦੇ 2 ਦਿਨਾਂ ਪਿੱਛੋਂ ਹੀ ਮਾਲਕ ਨੇ ਵਾਪਸੀ ਦਾ ਪ੍ਰੋਗਰਾਮ ਬਣਾ ਦਿੱਤਾ। ਇਸ ਸਮੇਂ ਛੋਟੀਆਂ-ਮੋਟੀਆਂ ਕੁਝ ਘਟਨਾਵਾਂ ਹੋਈਆਂ ਹੋਣਗੀਆਂ, ਜਿਨ੍ਹਾਂ ਵਿੱਚੋਂ 2 ਕੁ ਭਾਈ ਸੁੰਦਰ ਲਾਲ ਤੇ ਭਾਈ ਰਤਨ ਸਿੰਘ ਦੀਆਂ ਹੱਡਬੀਤੀਆਂ ਵਿੱਚ ਆਈਆਂ ਹਨ। ਅੰਮ੍ਰਿਤ ਪ੍ਰਚਾਰ ਵੀ ਹੋਇਆ। ਪਰ ਛੁੱਟ ਨਿਰੰਕਾਰ ਜਾਂ ਬਾਬਾ ਜੀ ਦੇ ਕੌਣ ਜਾਣਦਾ ਸੀ ਕਿ ਭਵਿੱਖ ਦੇ ਪਰਦੇ ਪਿੱਛੇ ਕੀ ਲੁਕਿਆ ਪਿਆ ਹੈ। ਕਿਸ ਨੂੰ ਪਤਾ ਸੀ ਕਿ ਬਾਗਾਂ ਦੀ ਪਵਿੱਤਰ ਧਰਤੀ ਨੂੰ ਫਿਰ ਬਾਬਾ ਜੀ ਦੀ ਚਰਨ ਛੋਹ ਪ੍ਰਾਪਤ ਨਹੀਂ ਹੋਣੀ। ਹੁਕਮੀ ਬੰਦੇ ਹੋਣ ਕਾਰਨ ਬਾਬਾ ਜੀ ਸਭ ਜਾਣਦੇ ਵੀ ਸਪਸ਼ਟ ਗੱਲਾਂ ਘੱਟ ਹੀ ਕਰਿਆ ਕਰਦੇ, ਤੇ ਜਦ ਕਰਦੇ ਵੀ ਤਾਂ ਵੀ ਕੋਈ ਪੱਲੇ ਨਾ ਬਣਦਾ। ਬਾਗਾਂ ਦੇ ਬਾਹਰ ਬਚਿੱਤਰ ਗੁਰਦੁਆਰੇ ਸੰਬੰਧੀ ਜਿਸ ਦਾ ਆਰੰਭਕ ਵਰਣਨ ਅੱਗੇ ਪੰਨਿਆਂ ਤੇ ਆ ਚੁੱਕਿਆ ਹੈ, ਇਸ ਵੇਰੀ ਹੋਏ ਬਚਨ ਅੰਕਿਤ ਕਰਨੇ ਜ਼ਰੂਰੀ ਹਨ। ਭਾਵੇਂ ਉਸ ਵੇਲੇ ਕਿਸੇ ਨੇ ਇਹਨਾਂ ਨੂੰ ਘੱਟ ਸਮਝਿਆ। ਇਸ ਕਿਲ੍ਹੇਨਾਮਾ ਗੁਰਦੁਆਰੇ ਵਿੱਚ ਇੱਕ ਹਾਲ ਕਮਰਾ, 3 ਦਰਵਾਜ਼ੇ, ਤਿੰਨੇ ਪਾਸੀ ਤੇ ਪਿੱਛੇ ਦੀਵਾਰ ਬਣ ਚੁੱਕੀ ਸੀ। ਬਾਬਾ ਜੀ ਦੇ ਬਚਨਾਂ ਨੂੰ ਪੂਰੀ ਤਰ੍ਹਾਂ ਨਾ ਸਮਝਦੇ ਹੋਏ ਵੱਡੇ ਦਰਵਾਜ਼ੇ ਤੇ ਸਰਦਾਰ ਸੰਪੂਰਨ ਸਿੰਘ ਨੇ ਪੱਕੀ ਟਾਹਲੀ ਦੀ ਲੱਕੜੀ ਲਵਾ ਦਿੱਤੀ, ਜਿਸ ਨੂੰ ਵੇਖ ਕੇ ਬਾਬਾ ਜੀ ਪੁੱਛਣ ਲੱਗੇ, ਆ ਕੀ ਕੀਤਾ ਹੈ? ਜੀ, ਇਹ ਲੋਹੇ ਤੋਂ ਪੱਕੀ ਹੈ, ਸਰਦਾਰ ਸੰਪੂਰਨ ਸਿੰਘ ਨੇ ਉੱਤਰ ਦਿੱਤਾ। ਹੈ ਮੱਤ ਮਾਰੀ ਗਈ। ਤੁਹਾਨੂੰ ਕਿਹਾ ਸੀ ਕਿ ਇੱਕ ਡੱਕਾ ਵੀ ਲੱਕੜੀ ਦਾ ਨਹੀਂ ਲਾਉਣਾ। ਬਾਬਾ ਜੀ ਦੇ ਬਚਨ ਪਰ ਦੀਵਾਰ ਢਵਾ ਕੇ ਉਹ ਲੱਕੜੀ ਕਢਾਈ ਗਈ। ਇਹ ਫਰਮਾਇਆ ਕਿ ਜਦੋਂ ਨਵੀਂ ਫਸਲ ਉਤਰੇ ਤਾਂ ਪਿਛਲੀ ਕਣਕ ਵੇਚ ਛੱਡਣੀ ਤੇ ਹੋਰ ਪਾ ਲੈਣੀ। ਸੰਗੀਆਂ ਵਿੱਚੋਂ ਕਿਸੇ ਨੂੰ ਪਤਾ ਨਾ ਲੱਗੇ ਕਿ ਬਾਬਾ ਜੀ ਕਿਉਂ ਅਤੇ ਕੀ ਰਮਜ਼ਾਂ ਮਾਰਦੇ ਨੇ। ਭਾਈ ਅਜੈਬ ਸਿੰਘ ਰਾਜ ਹੱਡਬੀਤੀ ਪੜ੍ਹੀ ਜਾਵੇ। ਪਾਠਾਂ ਦੀ ਸਾਰੀ ਸੇਵਾ ਤਾਂ ਸਰਦਾਰਾਂ ਦੀ ਸੀ, ਸਰਦਾਰ ਹੀਰਾ ਸਿੰਘ, ਜਸਵੰਤ ਸਿੰਘ ਹੋਰਾਂ ਦੇ ਟੱਬਰ ਦੀ। ਪਰ ਸਾਰੀਆਂ ਸੰਗੀਆਂ ਦੀ ਹਦਾਇਤ ਸੀ ਕਿ ਗੁਰਦੁਆਰੇ ਦੀ ਹਾਜ਼ਰੀ ਭਰਿਆ ਕਰਨ ਤੇ ਪਾਠਾਂ ਵਿੱਚ ਹਿੱਸਾ ਲਿਆ ਕਰਨ, ਜੋ ਕਿ ਇਸ ਵੇਰੀ ਖਾਸ ਤੌਰ ਤੇ ਰਖਾਏ ਗਏ ਸਨ। ਸਰਦਾਰ ਖਜਾਨ ਸਿੰਘ ਨੇ ਦੱਸਿਆ ਕਿ ਨਗਰ ਵਿੱਚ ਇੱਕ ਚੌਂਕ ਵਾਲਾ ਗੁਰਦੁਆਰਾ ਸੀ। ਉਸ ਦੇ ਪ੍ਰਬੰਧਕਾਂ ਨੇ ਉਸ ਨੂੰ ਵੀ ਉਗਰਾਹੀ ਕਰਕੇ ਨਵਾਂ ਬਣਾਉਣਾ ਸ਼ੁਰੂ ਕਰ ਦਿੱਤਾ ਤੇ ਚੰਗਾ ਵੱਡਾ ਹਾਲ ਕਮਰਾ ਬਣਾਇਆ। ਉਹ ਗੁਰਦੁਆਰਾ ਸਾਡੇ ਘਰ ਦੇ ਨਾਲ ਲੱਗਦਾ ਸੀ ਤੇ ਸਾਡਾ ਸਾਰਾ ਪਰਿਵਾਰ ਉਸੇ ਗੁਰਦੁਆਰੇ ਦਰਸ਼ਨ ਕਰਨ ਜਾਇਆ ਕਰਦਾ ਸੀ। ਬਾਬਾ ਜੀ ਨੇ ਕਿਹਾ ਕਿ ਇਹ ਗੁਰਦੁਆਰਾ ਜੋ ਤੁਸੀਂ ਸ਼ਹਿਰ ਅੰਦਰ ਵੇਖਾ ਵੇਖੀ ਜਾਂ ਰੀਸੋ ਰੀਸੀ ਬਣਾ ਰਹੇ ਹੋ, ਕਾਹਦੇ ਵਾਸਤੇ ਬਣਾ ਰਹੇ ਹੋ? ਇਹ ਤਾਂ ਮੁਸਲਮਾਨਾਂ ਦੇ ਕੰਮ ਹੀ ਆਉਣਾ ਹੈ। ਬਾਬਾ ਜੀ ਦਾ ਇਹ ਬਚਨ ਸੁਣ ਕੇ ਸੁਭਾਵਕ ਹੀ ਸਾਡੇ ਮਨਾਂ ਵਿੱਚ ਸ਼ੰਕਾ ਹੋਇਆ ਕਿ ਉਹ ਵੀ ਗੁਰਦੁਆਰਾ ਹੈ ਤੇ ਇਹ ਵੀ ਗੁਰਦੁਆਰਾ ਹੈ। ਇੱਥੇ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ, ਕਿਵੇਂ ਇਹ ਮੁਸਲਮਾਨਾਂ ਦੇ ਕੰਮ ਆਵੇਗਾ? ਅਸੀਂ ਇਹ ਭੇਦ ਨਹੀਂ ਸਾਂ ਸਮਝ ਸਕੇ ਕਿ ਜੇ ਇੱਥੇ ਮੁਸਲਮਾਨ ਆਉਣਗੇ ਤਾਂ ਕੀ ਬਾਹਰਲੇ ਗੁਰਦੁਆਰਿਆਂ ਨੂੰ ਕਿਤੇ ਛੱਡ ਦੇਣਗੇ? ਪਰ ਬਾਬਾ ਜੀ ਦੇ ਸਾਹਮਣੇ ਸਾਨੂੰ ਇਹ ਗੱਲ ਕਹਿਣ ਜਾਂ ਪੁੱਛਣ ਦੀ ਹਿੰਮਤ ਨਾ ਪਈ। ਇਸ ਤਰ੍ਹਾਂ ਕਰਦੇ ਦੋਨੋਂ ਗੁਰਦੁਆਰੇ ਬਣ ਗਏ। ਪਿੱਛੋਂ ਵੀ ਬਾਬਾ ਜੀ ਸਾਨੂੰ ਇਹੋ ਹਦਾਇਤ ਕਰਦੇ ਰਹੇ ਕਿ ਕਿਲ੍ਹੇ ਵਾਲੇ ਗੁਰਦੁਆਰੇ ਵਿੱਚ ਪਾਠ ਸ਼ੁਰੂ ਰਹਿਣ ਤੇ ਸਭ ਉੱਥੇ ਜਾ ਕੇ ਸੇਵਾ ਕਰਨ।
इस वेरी टुरन लग्गिया एक दो वारी नहीं बल्कि 7 ਵਾਰ ਕਿਹਾ कि 100 बोरी आटे ਦੀ ਵੀ ਵਿੱਚ ਰੱਖ ਲੈਣੀ, ਪਿੱਛੇ ਜੇ ਨਾ ਲੋੜ ਪਈ ਤਾਂ ਵੇਚ ਦੇਣੀ। ਇਹ ਛੇਕੜ ਜੇ ਜੋ ਪੁੱਛਣਾ ਹੈ ਪੁੱਛ ਲਵੋ। ਪਰ ਉਸ ਵੇਲੇ ਹੁਕਮ ਮੰਨ ਬਾਕੀ ਤਾਂ ਕਰ ਦਿੱਤਾ, ਪਰ ਹੋਰ ਕਿਸੇ ਗੱਲ ਨੂੰ ਕਿਸੇ ਨਾ ਸਮਝਿਆ। ਇਸ ਵੇਰੀ ਜਦ ਬਾਬਾ ਜੀ ਬਾਗੀ ਪਧਾਰੇ ਤਾਂ ਇਹਨਾਂ ਦੇ ਪ੍ਰਸਿੱਧ ਕੀਰਤਨੀਏ ਭਾਈ ਸਾਹਿਬ ਸੁਜਾਨ ਸਿੰਘ ਜੀ ਆਪਣੇ ਮਨੋਹਰ ਕੀਰਤਨ ਦੁਆਰਾ ਸਿੰਧ ਦੀ ਸੰਗਤਾਂ ਨੂੰ ਕਰਾਚੀ ਸ਼ਹਿਰ ਵਿੱਚ ਨਿਹਾਲ ਕਰ ਰਹੇ ਸਨ। ਤਾਰਾ ਦੁਆ ਕੇ ਇਹਨਾਂ ਨੂੰ ਯਾਦ ਕੀਤਾ ਗਿਆ। ਚੰਗੀ ਸੇਵਾ ਕਰਨ ਵਾਲੀ ਸੁਹਾਮਣੀ ਸਿੱਧੀ ਸੰਗਤ ਨੂੰ ਛੱਡਣਾ ਵੀ ਕੋਈ ਸੌਖਾ ਨਹੀਂ ਸੀ। ਖੈਰ ਹਾਜ਼ਰ ਹੋ ਤਾਂ ਗਏ, ਪਰ ਆਉਂਦਿਆਂ ਪ੍ਰਸ਼ੰਸਾ ਦੇ ਥਾਂ ਪਹਿਲਾ ਪ੍ਰਸ਼ਾਦ ਤਾਂ ਤਾੜਨਾ ਦਾ ਹੀ ਮਿਲਿਆ ਤੇ ਫਿਰ ਪਰਿਵਾਰ ਬਾਗੀ ਛੱਡ ਬਾਬਾ ਜੀ ਦੇ ਨਾਲ ਹੀ ਪੂਰਬੀ ਪੰਜਾਬ ਵੱਲ ਆਉਣਾ ਪਿਆ, ਕਿਉਂਕਿ ਬਾਗਾ ਤੋਂ 2 ਰਾਹੀਂ ਸਿੱਧੇ ਹੀ ਬਾਬਾ ਜੀ ਨਾਨਕਸਰ ਠਾਠ 'ਤੇ ਆ ਬਿਰਾਜੇ ਤੇ ਬਾਕੀ ਦੀਆਂ ਸਾਰੀਆਂ ਸਰਦੀਆਂ ਠਾਠ 'ਤੇ ਹੀ ਠਹਿਰੇ ਰਹੇ ਤੇ ਕਿਸੇ ਨਾ ਕਿਸੇ ਢੰਗ ਨਾਲ ਭਾਈ ਸਾਹਿਬ ਨੂੰ ਇੱਥੇ ਹੀ ਟਿਕਾਈ ਰੱਖਿਆ, ਜਿਸ ਸੰਬੰਧੀ ਘਟਨਾਵਾਂ ਦਾ ਵਰਣਨ ਉਚਿਤ ਥਾਂ 'ਤੇ ਕੀਤਾ ਜਾਵੇਗਾ। ਕੇਵਲ ਨਮੂਨੇ ਦੇ ਮਾਤਰ ਭਾਈ ਸਰਦਾਰ ਜੀ ਦੀ ਜ਼ੁਬਾਨੀ 14 ਦਸੰਬਰ ਦੀ ਪੂਰਨਮਾਸ਼ੀ ਦੇ ਪਿੱਛੇ ਜਦ ਅਸਾਂ ਘਰ ਜਾਣ ਦੀ ਆਗਿਆ ਮੰਗੀ ਤਾਂ ਫਰਮਾਉਣ ਲੱਗੇ ਕਿ ਵੱਡੇ ਦਿਨਾਂ ਦੀਆਂ ਛੁੱਟੀਆਂ ਆ ਰਹੀਆਂ ਹਨ, ਵੱਡੇ ਵੱਡੇ ਲੋਕਾਂ ਨੇ ਆਉਣਾ ਹੋਵੇਗਾ। ਸੋ ਇਸ਼ਾਰਾ ਸਮਝ ਕੇ ਅਸੀਂ ਠਹਿਰ ਗਏ, ਪਰ ਆਇਆ ਕੋਈ ਖਾਸ ਵੱਡਾ ਆਦਮੀ ਨਾ। ਛੁੱਟ ਦੇ ਇਵੇਂ ਵੱਡੇ ਦਿਨ ਵੀ ਗੁਜ਼ਰ ਗਏ। ਅਸੀਂ ਹੈਰਾਨ ਹੋਈਏ ਕਿ ਕਿਵੇਂ ਸਾਨੂੰ ਕੋਲ ਰੱਖਦੇ ਹਨ। ਜਦ ਫਿਰ ਬੇਨਤੀ ਕੀਤੀ ਤਾਂ ਇਉਂ ਫਰਮਾਇਆ, ਪਿੱਛੋਂ ਜੋ ਸਾਖੀਆਂ ਕਰੇਗਾ ਸੁਣਾਵੇਗਾ ਕਿ ਮੇਰਾ ਮੁਰਸ਼ਦ ਇਹੋ ਜਿਹਾ ਸੀ, ਹੁਣ ਇੱਥੇ ਰਹਿ ਕੇ ਉਹੋ ਜਿਹਾ ਆਪ ਹੀ ਕਿਉਂ ਨਹੀਂ ਬਣ ਜਾਂਦਾ। ਇਵੇਂ ਕਹਿ ਕੇ ਸਾਨੂੰ ਢਾਲ ਦਿੱਤਾ ਤੇ ਆਗਿਆ ਨਹੀਂ ਦਿੱਤੀ। ਇਸ ਸਮੇਂ ਦੀਆਂ ਕੁਝ ਹੋਰ ਘਟਨਾਵਾਂ ਦਾ ਜ਼ਿਕਰ ਵੀ ਹੱਟ ਬੀਤੀਆਂ ਵਿੱਚ ਆਇਆ ਹੈ, ਜੋ ਉੱਥੇ ਪੜ੍ਹਿਆ ਜਾਵੇਗਾ। ਝੋੜਾਂ ਦੀ ਤਲਾਈ। ਇਸ ਵੇਰੀ ਵਿਸਾਖੀ ਦੇ ਅਵਸਰ 'ਤੇ ਦਮਦਮੇ ਸਾਹਿਬ ਜਾਣ ਦੀ ਥਾਂ ਝੋੜਾਂ ਹੀ ਠਹਿਰ ਗਏ, ਕਿਉਂਕਿ ਇਸ ਮੌਕਿਆਂ 'ਤੇ ਹੀ ਇੱਥੇ ਦੇ ਠਾਠ ਦੀ ਇੱਕ ਤਲਾਈ ਨੂੰ ਵਿਸ਼ੇਸ਼ ਤੌਰ 'ਤੇ ਨਿਵਾਜਿਆ। ਮਿਸਤਰੀ ਰੁਲੀਆ ਸਿੰਘ ਫੁੰਮਣ ਸਿੰਘ ਦੇ ਭਰਾਵਾਂ ਵੱਲੋਂ ਵੱਡੀ ਜ਼ਮੀਨ 'ਤੇ ਇੱਕ ਤਲਾਈ ਬਣਾਉਣ ਦਾ ਜ਼ਿਕਰ ਅੱਗੇ ਆ ਚੁੱਕਾ ਹੈ। ਦਮਦਮੇ ਸਾਹਿਬ ਜਾਂਦੇ ਆਉਂਦੇ ਤਾਂ ਜ਼ਰੂਰ ਹੀ ਬਾਬਾ ਜੀ ਝੋੜਰੀ ਚਰਨ ਪਾਉਂਦੇ ਸਨ, ਪਰ ਇੱਕ ਵਰਾ ਬਾਬਾ ਜੀ ਝੋੜਰੀ ਦਰਸ਼ਨ ਨਾ ਦਿੱਤੇ। ਰੁਲੀਆ ਸਿੰਘ ਦੀ ਪੋਤਿਆਂ ਵਾਲੀ ਮੰਗ ਤਾਂ ਪੂਰਨ ਹੋ ਚੁੱਕੀ ਸੀ ਤੇ ਫੁੰਮਣ ਸਿੰਘ ਦੀ ਕੋਈ ਹੈ ਨਹੀਂ ਸੀ। ਦੋਹਾਂ ਨੇ ਸੋਚਿਆ ਕਿ ਤਲਾਈ ਐਵੇਂ ਪਈ ਹੋਈ ਹੈ, ਅਸਾਂ ਇੱਕ ਥਮਲਾ ਬਣਾਉਣਾ ਹੈ, ਇਸ ਦੀਆਂ ਹੀ ਇੱਟਾਂ ਕਿਉਂ ਨਾ ਵਰਤ ਲਈਏ। ਇਹ ਸੋਚ ਫੁੰਮਣ ਸਿੰਘ ਨੇ ਇੱਟਾਂ ਪੁੱਟ ਪਿੰਡ ਦੇ ਇੱਕ ਘੁਮਿਆਰ ਨੂੰ ਸੁਨੇਹਾ ਭੇਜ ਦਿੱਤਾ ਕਿ ਕੱਲ੍ਹ ਸਵੇਰੇ ਖੋਤਿਆਂ 'ਤੇ ਢੋ ਦੇਵੇ। ਸ਼ਾਮ ਦੀ ਰੋਟੀ ਖਾ ਪੀ ਕੇ ਸਭ ਮੰਜਿਆਂ 'ਤੇ ਪੈ ਗਏ, ਪਰ ਜਦ ਅੱਧੀ ਰਾਤ ਹੋਈ ਤਾਂ ਜਰਾ ਦੁਰੇਡੇ ਪਏ ਬਚਨ ਸਿੰਘ ਨੂੰ ਫੁੰਮਣ ਸਿੰਘ ਨੇ ਆਵਾਜ਼ ਮਾਰੀ, ਬਚਨਿਆ ਉਰੇ ਆ, ਮੈਨੂੰ ਤਾਂ ਨੀਂਦਰ ਨਹੀਂ ਪੈਂਦੀ। ਜਦ ਪੈਂਦਾ ਹਾਂ ਮੈਨੂੰ ਕੋਈ ਹੁੱਜ ਮਾਰ ਕੇ ਉਠਾ ਦਿੰਦਾ ਹੈ। ਅੱਜ ਮੇਰੇ ਕੋਲੋਂ ਭੁੱਲ ਹੋਈ ਹੈ। ਦਿਨ ਚੜ੍ਹਦੇ ਘੁਮਿਆਰ ਨੂੰ ਰੋਕ ਆਵੀ ਕਿ ਇੱਟਾਂ ਨਾ ਢੋਵੇ। ਇਸ ਪਰ ਜਾ ਕੇ ਉਸ ਨੂੰ ਨੀਂਦ ਪਈ। ਅਗਲੇ ਦਿਨ ਉਵੇਂ ਹੀ ਉਸਨੇ ਤਲਾਈ ਬਣਾ ਦਿੱਤੀ। ਪਰ ਜਦ ਬਾਬਾ ਜੀ ਦੇ ਪਾਸ ਇਹ ਗੱਲ ਚਲੀ ਤਾਂ ਫਰਮਾਨ ਲੱਗੇ, ਭਲਿਓ ਲੋਕੋ, ਇਹਨਾਂ ਇੱਟਾਂ ਦਾ ਤਾਂ ਤੀਰਥ ਬਣਨਾ ਹੈ। ਇਹ ਬਚਨ ਸੁਣ ਦੋਹਾਂ ਨੂੰ ਹੋਸ਼ ਆ ਗਈ ਤੇ ਕੁਝ ਹੋਰ ਇੱਟਾਂ ਪਾ ਉਹਨਾਂ ਵਡੇਰੀ ਤਲਾਈ ਬਣਾ ਦਿੱਤੀ ਸੀ। ਇਸ ਵਿੱਚ ਪਹਿਲਾਂ ਤਾਂ ਬਾਬਾ ਜੀ ਨੇ ਆਪ, ਪਿੱਛੋਂ ਬੇਹੰਗਮਾ ਤੇ ਉਪਰੰਤ ਸਾਰੀ ਸੰਗਤ ਨੇ ਇਸ਼ਨਾਨ ਕੀਤਾ
ਫਿਰ ਬਾਬਾ ਜੀ ਨੇ ਹਦਾਇਤ ਕੀਤੀ ਕਿ ਅੱਗੋਂ ਤੋਂ ਇਸ ਵਿੱਚ ਵੜ ਕੇ ਕਿਸੇ ਇਸ਼ਨਾਨ ਨਹੀਂ ਕਰਨਾ, ਜਲ ਬਾਹਰ ਕੱਢ ਕੇ ਕਰਨਾ ਹੋਵੇਗਾ। ਜਦ ਬਾਬਾ ਜੀ ਨੂੰ ਸੇਵਕ ਬਸਤਰ ਪਹਿਰਾ ਦੇ ਰਹੇ ਸਨ ਤਾਂ ਹੋਰ ਮਿਹਰਾਂ ਦੇ ਘਰ ਵਿੱਚ ਆ ਇਸ ਵਿੱਚ ਬੜੇ ਵਰ ਦਿੱਤੇ ਅਤੇ ਇੱਥੇ ਮੱਸਿਆ ਨੂੰ ਜੋੜ ਮੇਲ ਕਰਨ ਲਈ ਕਹਿੰਦੇ। ਫਰਮਾਇਆ ਕਿ ਦੂਰ ਦਰਾਂਡਿਓ ਸੰਗਤਾਂ ਦਰਸ਼ਨ ਕਰਨ ਲਈ ਆਉਣ ਕਰਨਗੀਆਂ ਤੇ ਇਸ਼ਨਾਨ ਦਾ ਮਹਾਨ ਫਲ ਹੋਵੇਗਾ। ਵੈਸੇ ਭਾਵੇਂ ਅਸੀਂ ਕਿਤੇ ਹੋਈਏ, ਮੱਸਿਆ ਤੇ ਅਸੀਂ ਇੱਥੇ ਹੋਵਾਂਗੇ। ਪਹਾੜਾਂ ਨੂੰ ਝੋੜਾਂ ਤੋਂ ਵਾਪਸ ਆ ਕੁਝ ਸਮਾਂ ਠਾਠ ਤੇ ਠਹਿਰ ਕੇ ਰਾਜਮਾਤਾ ਸਾਹਿਬ ਪਟਿਆਲਾ ਦੀ ਬੇਨਤੀ ਪਰ ਪਹਾੜ ਵੱਲ ਚੜ੍ਹਾਈ ਕਰ ਦਿੱਤੀ। ਟਿਕਾਣਾ ਅੱਗੇ ਵਾਂਗ ਕਰੋਲ ਦੇ ਟਿੱਬੇ ਤੇ ਕੀਤਾ। 11 ਮਈ ਦੀ ਪੂਰਨਮਾਸ਼ੀ ਦੇ ਸਮਾਗਮ ਵਿੱਚ ਦੂਰੋਂ ਦੂਰੋਂ ਸੰਗੀ ਦਰਸ਼ਨਾਂ ਲਈ ਆਏ। ਸਾਡਾ ਤਬਾਦਲਾ ਖੈਬਰਪੁਰ ਤੋਂ ਕਰਨਾਲ ਹੋ ਜਾਣ ਪਰ ਲੇਖਕ ਨੂੰ ਵੀ ਪਰਿਵਾਰ ਸਹਿਤ ਐਨ ਮੌਕਿਆਂ ਸਿਰ ਪੁੱਜ ਜਾਣ ਦਾ ਸੁਭਾਗ ਪ੍ਰਾਪਤ ਹੋ ਗਿਆ। ਇਸੇ ਅਵਸਰ ਤੇ ਮਾਝੇ ਦੀ ਸੰਗਤ ਨਾਲ ਆਇਆ ਇੱਕ ਹੋਰ ਬੇਹੰਗਮ ਸਦਾ ਲਈ ਬਾਬਾ ਜੀ ਦੇ ਦਰ ਜੋਗਾ ਹੋ ਗਿਆ। ਇਹ ਸੀ ਚੂਣੀਆਂ ਤਹਿਸੀਲ ਦੇ ਪਿੰਡ ਗਜਨ ਸਿੰਘ ਵਾਲੇ ਤੋਂ 15 ਵਰ੍ਹਿਆਂ ਦੀ ਉਮਰ ਦਾ ਗੱਭਰੂ ਕੁੰਦਨ ਸਿੰਘ, ਜੋ ਸਕੂਲੋਂ ਚੌਥੀ ਜਮਾਤ ਤੋਂ ਉੱਠ ਕੇ ਘਰ ਦਾ ਮਾਲ ਡੰਗਰ ਚਾਰਨ ਲੱਗ ਪਿਆ ਸੀ, ਜਦ ਕਿ ਬਿਸ਼ਨਨਾਥ ਦੇ ਮੁਕਾਮ ਤੇ ਬਾਬਾ ਜੀ ਠਹਿਰੇ ਹੋਏ ਸਨ। ਦਰਸ਼ਨ ਕਰਦਿਆਂ ਹੀ ਕੁਝ ਪਿਛਲੇ ਸੰਸਕਾਰਾਂ ਕਾਰਨ ਐਸੀ ਖਿੱਚ ਪਈ ਕਿ ਸੰਗਤ ਤੋਂ ਜਾਣ ਦਾ ਦਿਲ ਨਾ ਕਰੋ ਅੰਮ੍ਰਿਤ ਪਾਨ ਕਰ ਲਿਆ। ਪਰਮਾਰਥ ਵੱਲ ਰੁਚੀ ਹੋਰ ਵੀ ਵੱਧ ਗਈ। ਘਰ ਦੇ ਇਸ ਨੂੰ ਗ੍ਰਹਿਸਤ ਦੀਆਂ ਬੇੜੀਆਂ ਨਾਲ ਜਕੜਨਾ ਚਾਹੁੰਦੇ ਸਨ, ਸੋ ਉਹਨਾਂ ਨੇ ਮੰਗਣੀ ਕਰਨ ਦੀ ਸਲਾਹ ਕੀਤੀ। ਪਰ ਕਾਕੇ ਕੁੰਦਨ ਸਿੰਘ ਨੂੰ ਬਾਬਾ ਜੀ ਦੀ ਸੰਗਤ ਧੂ ਪਾ ਰਹੀ ਸੀ। ਦਿਲ ਵਿੱਚ ਪੱਕੀ ਠਾਣ ਕੇ ਮਾਝੇ ਦੇ ਪ੍ਰਸਿੱਧ ਸੰਗੀ ਸਰਦਾਰ ਕੁੰਦਨ ਸਿੰਘ, ਸੁਰੈਣ ਸਿੰਘ ਹੋਰਾਂ ਦੇ ਕੰਨੋਂ ਕੱਢ ਤੇ ਉਹਨਾਂ ਦੀ ਸਹਾਇਤਾ ਲੈ ਉਹਨਾਂ ਦੇ ਨਾਲ ਹੀ ਕਰੋਲ ਦੇ ਟਿੱਬੇ ਤੇ ਆ ਪੁੱਜਾ। ਬਾਬਾ ਜੀ ਨੇ ਕਿਰਪਾ ਕੀਤੀ, ਅਧਿਕਾਰੀ ਜਾਣ ਕੇ ਸੇਵਾ ਵਿੱਚ ਪੱਕੀ ਤਰ੍ਹਾਂ ਪਾ ਲਿਆ। ਠਾਠ ਵਿੱਚ ਪਹਿਲੀ ਜਮਾਤ ਤਾਂ ਸੇਵਾ ਦੀ ਹੁੰਦੀ ਹੈ, ਸੋ ਚਸ਼ਮੇ ਤੋਂ ਬਾਬਾ ਜੀ ਦੇ ਇਸ਼ਨਾਨ ਲਈ ਜਲ ਲਿਆਉਣ ਦੀ ਸੇਵਾ ਮਿਲ ਗਈ। ਫਿਰ ਇੱਥੇ ਹੀ ਜਪਜੀ ਸਾਹਿਬ ਦੇ ਪਾਠ ਕਰਨ ਦੀ ਤੇ ਫਿਰ ਹਜ਼ੂਰੀ ਸੇਵਕ ਬਾਬਾ ਈਸ਼ਰ ਸਿੰਘ ਜੀ ਦੇ ਨਾਲ ਗੁਰੂ ਸਾਹਿਬ ਦੀ ਸੇਵਾ ਵਿੱਚ ਹੱਥ ਵਟਾਉਣ ਦੀ। ਜੰਗ ਮਚੇ ਹੋਏ ਕਾਰਨ ਬਾਬਾ ਸਾਹਿਬ ਪਟਿਆਲਾ ਕੁਝ ਸਮੇਂ ਲਈ ਆਪਣੀ ਪਟਿਆਲਾ ਬਟਾਲੀਅਨ ਦੇ ਕੰਮ ਦੇਖਣ ਜਾਪਾਨ ਗਏ ਹੋਏ ਸਨ। ਤਾਂ ਕਰੋਲ ਦੇ ਟਿੱਬੇ ਦੀ ਗੱਲ ਹੈ ਕਿ 2 ਦਿਨ ਬਾਬਾ ਜੀ ਨੇ ਆਪਣਾ ਸਰੀਰ ਬੜਾ ਢਿੱਲਾ ਕਰ ਲਿਆ। ਅੰਤਰੀਵ ਗੱਲ ਤਾਂ ਉਹ ਜਾਣਨ, ਪਰ ਬਾਹਰੋਂ ਸੰਗੀਆਂ ਨੂੰ ਕਹਿਣ ਲੱਗੇ, ਰਾਜ ਦਾ ਅੰਨ ਖਾਣਾ ਠੀਕ ਨਹੀਂ, ਕਿਉਂਕਿ ਜਿਸ ਰਾਜ ਵਿੱਚ ਅਸੀਂ ਰਹਿੰਦੇ ਹਾਂ ਉਹਨਾਂ ਦੇ ਪਾਪਾਂ ਵੀ ਆਪਣੇ ਤੇ ਭੁਗਤਣੇ ਪੈਂਦੇ ਨੇ। ਜਦ ਅਸੀਂ ਪੁੱਛਿਆ ਤਾਂ ਫਿਰ ਕੀ ਕਰੀਏ, ਤਾਂ ਫਰਮਾਨ ਲੱਗੇ, ਅੰਨ ਬੰਦ ਕਰ ਦਿਓ, ਨਾਲ ਪਾਠ ਰੱਖ ਦਿਓ ਤਾਂ ਹੋਰ ਵੀ ਚੰਗਾ। ਸਾਰੇ ਹੀ ਪਾਠ ਕਰਨ, ਪਾਠੀਆਂ ਦੇ ਲੰਗਰ ਦਾ ਪ੍ਰਬੰਧ ਵੀ ਆਪਣਾ ਹੋਵੇ, ਤਾਂ ਜੇ ਗੱਲ ਬਾਹਰ ਨਿਕਲੇ ਤਾਂ ਅੰਨ ਬੰਦ ਕਰਨ ਦਾ ਕੋਈ ਕਾਰਨ ਵੀ ਮਿਲ ਜਾਵੇ। ਪਰ ਇਸ ਪਰ ਲੰਗਰ ਦੀ ਸੇਵਾ ਤਾਂ ਕਵੀ ਜੀ ਨੇ ਲੈ ਲਈ ਤੇ ਅਸੀਂ ਸਾਰੇ ਪਾਠਾਂ ਵਿੱਚ ਰੁੱਝ ਗਏ। ਇੱਕ ਪਾਠ ਗੁਰੂ ਗ੍ਰੰਥ ਸਾਹਿਬ ਦਾ, ਇੱਕ ਅਖੰਡ ਪਾਠ ਸੁਖਮਨੀ ਸਾਹਿਬ ਦਾ ਤੇ ਇੱਕ ਜਪਜੀ ਸਾਹਿਬ ਦਾ ਵੱਡੇ ਤੰਬੂ ਵਿੱਚ ਆਰੰਭ ਕਰ ਦਿੱਤੇ ਗਏ। ਉਧਰੋਂ ਸਰਦਾਰ ਸੰਪੂਰਨ ਸਿੰਘ ਨੇ ਸਰਦਾਰ ਗੁਰਦਿਆਲ ਸਿੰਘ ਨੂੰ ਦੇਹਰਾਦੂਨ ਖਬਰ ਕਰ ਦਿੱਤੀ ਕਿ ਬਾਬਾ ਜੀ ਯਾਦ ਕਰ ਰਹੇ ਹਨ। ਸਰਦਾਰ ਗੁਰਦਿਆਲ ਸਿੰਘ ਨੇ ਦੱਸਿਆ ਕਿ ਜਦ ਚਿੱਠੀ ਆਈ ਕਿ ਇਸ ਤਰ੍ਹਾਂ ਬਾਬਾ ਜੀ ਨੇ ਯਾਦ ਕੀਤਾ ਹੈ ਤਾਂ ਮੈਂ ਪੂਰਨਮਾਸ਼ੀ ਤੇ ਜਾਣਾ ਤਾਂ ਅੱਗੇ ਹੀ ਸੀ, ਪਰ ਇਤਫਾਕ ਨਾਲ 2 ਨੇੜੇ ਦੀਆਂ ਸ਼ਾਦੀਆਂ ਇਕੱਠੀਆਂ ਹੀ ਆ ਗਈਆਂ, ਜਿਸ ਕਰਕੇ ਮੈਂ ਪੂਰਨਮਾਸ਼ੀ ਦੇ ਪਿੱਛੋਂ ਪੁੱਜਾ। ਅੱਗੇ ਦੀਵਾਨ ਸਜਿਆ ਹੋਇਆ ਸੀ। ਮੇਰੇ ਜਾਣ ਤੇ ਬਾਬਾ ਜੀ ਨੇ ਸੰਗਤ ਵਿੱਚ ਹੀ ਬਚਨ ਕਰਦਿਆਂ ਇਹ ਕਹਿ ਦਿੱਤਾ, ਸ਼ਾਦੀਆਂ ਦਾ ਫਿਕਰ ਹੈ ਪਰ ਸਾਡਾ ਕੋਈ ਫਿਕਰ ਨਹੀਂ। ਮੈਂ ਅੰਦਰੋਂ ਅੰਦਰ ਭੁੱਲ ਬਖਸ਼ਾਈ,
ਪਰ ਮੇਰੇ ਮਨ ਵਿੱਚ ਫੁਰਨਾ ਸੀ ਕਿ ਐਡੀ ਦੂਰੋਂ ਇੱਥੇ ਆਇਆ ਹਾਂ, ਹੁਣ ਮੌਕਾ ਹੈ, ਫੇਰ ਸ਼ਾਇਦ ਨਾ ਮਿਲੇ। ਹੋਵੇ ਨਾ ਤਾਂ ਸ਼ਿਮਲਾ ਹੀ ਦੇਖ ਚਲੀਏ, ਕਿਉਂਕਿ ਉੱਥੋਂ ਦੇ ਫੌਜੀ ਹਸਪਤਾਲ ਵਿੱਚ ਮੇਰਾ ਸੰਬੰਧੀ ਕੈਪਟਨ ਸੀ। ਦੀਵਾਨ ਦੀ ਸਮਾਪਤੀ ਪਿੱਛੋਂ ਜਦ ਮੈਂ ਬਾਬਾ ਜੀ ਰੂਬਰੂ ਭੁਗਤਿਆ ਤਾਂ ਆਪਣੀ ਰਹੁ ਰੀਤੀ ਅਨੁਸਾਰ ਬਾਬਾ ਜੀ ਨੇ ਮੇਰੇ ਘਰ ਦੀ ਰਾਜੀ ਖੁਸ਼ੀ ਪੁੱਛੀ ਤੇ ਮੈਂ ਦੇਹਰਾਦੂਨ ਚਰਨ ਪਾਉਣ ਲਈ ਬੇਨਤੀ ਕੀਤੀ ਤਾਂ ਅੰਤਰਜਾਮੀ ਫਰਮਾਉਣ ਲੱਗੇ ਕਿ ਤੂੰ ਸ਼ਿਮਲੇ ਜਾ ਕੇ ਰਾਜਮਾਤਾ ਸਾਹਿਬ ਦੇ ਪਿਤਾ ਜਨਰਲ ਗੁਰਨਾਮ ਸਿੰਘ ਹੋਰਾਂ ਨਾਲ ਸਲਾਹ ਕਰ ਆ। ਸਲਾਹ ਕਰਨ ਵਾਲੀ ਗੱਲ ਤਾਂ ਕੋਈ ਨਹੀਂ ਸੀ, ਪਰ ਇਵੇਂ ਮੇਰੇ ਮਨ ਦੀ ਕਾਮਨਾ ਹੀ ਪੂਰੀ ਕਰਨੀ ਸੀ। ਹੁਣੇ ਚਲਾ ਜਾ, ਸ਼ਾਮ ਨੂੰ ਆ ਜਾਵੀਂ। ਉਧਰੋਂ ਮੇਰਾ ਮਨ ਉਸੇ ਰਾਤ ਰਹਿਣ ਦਾ ਕਰੇ। ਮੈਂ ਸ਼ਿਮਲੇ ਚਲਾ ਗਿਆ। ਉੱਥੇ ਜਾ ਕੇ ਸਲਾਹ ਕੀਤੀ ਤੇ ਵਾਪਸ ਆ ਜਦ ਅਗਲੇ ਦਿਨ ਫੇਰ ਬੇਨਤੀ ਕੀਤੀ ਚੱਲਣ ਵਾਸਤੇ ਤਾਂ ਫਰਮਾਉਣ ਲੱਗੇ, ਇੱਕ ਬੜਾ ਭਾਰੀ ਮੋਰਚਾ ਸੀ ਇੱਥੇ ਕਲਯੁਗ ਦਾ ਲੱਦਾ ਹੋਇਆ। ਉਹ ਹੁਣ ਫਤਿਹ ਹੋ ਗਿਆ ਹੈ, ਪਾਠਾਂ ਦਾ ਭੋਗ ਪੈ ਗਿਆ ਹੈ, ਹੁਣ ਗੁਰੂ ਦੀ ਕਿਰਪਾ ਹੈ, ਹੁਣ ਚੱਲਦੇ ਹਾਂ। ਰਾਜਪੁੱਤਰੀ ਬੀਬਾ ਹਨੀ ਜੀ ਰਾਣੀ ਸਾਹਿਬਾਂ ਨਾਲ ਗੜ੍ਹ ਨੇ ਦੱਸਿਆ ਕਿ ਬਾਬਾ ਜੀ ਫਰਮਾਉਂਦੇ ਹਨ ਕਿ ਸਮਾਂ ਬੜਾ ਖਰਾਬ ਆ ਰਿਹਾ ਹੈ, ਤੁਹਾਨੂੰ ਪਤਾ ਨਹੀਂ ਕਿ ਰਾਜ ਡੋਲ ਰਿਹਾ ਹੈ। ਸਾਡੀ ਇਸ ਘਰ ਤੋਂ ਖਾਸ ਡਿਊਟੀ ਲੱਗੀ ਹੋਈ ਹੈ। ਅਸੀਂ ਚਾਹੁੰਦੇ ਹਾਂ ਕਿ ਰਾਜ ਦੀ ਹੱਦ ਅੰਦਰ ਪਾਠ ਕਰਾਈ ਜਾਈਏ। ਪਿੰਜੌਰ, ਕੁਫਰੀ, ਕਰੋਲ, ਸ਼ਿਲੋਨ, ਜਿੱਥੇ ਵੀ ਹੋ ਸਕਣ, ਤੁਹਾਨੂੰ ਇਹਨਾਂ ਪਾਠਾਂ ਦਾ ਸਹਾਰਾ ਰਹੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।